सत श्री अकाल सारिਆਂ ਨੂੰ मैं नवनीत ਤੇ ਫਤਿਹ ਐਡੂਕਮ ਤੇ ਤੁਹਾਡਾ ਸਵਾਗਤ ਆ। ਸੋ PPSC ਪੋਲਿਟੀ ਦੇ PYQs ਆਪਾਂ ਕਰ ਰਹੇ ਹਾਂ। ਲੈਕਚਰ 7 ਤੱਕ ਆਪਾਂ 177 ਕੁਐਸਚਨ ਕਰ ਲਿਆ। ਅੱਜ ਆਪਾਂ 178ਵਾਂ ਕੁਐਸਚਨ ਕਰਾਂਗੇ ਤੇ ਇੱਕ ਤੁਹਾਨੂੰ ਹੋਰ ਚੀਜ਼ ਇੱਥੋਂ ਪਤਾ ਲੱਗ ਜੂਗੀ ਕਿ ਪ੍ਰੀਵੀਅਸ ਈਅਰ ਕੁਐਸਚਨਸ ਦੀ ਕਿੰਨੀ ਜ਼ਿਆਦਾ ਇੰਪੋਰਟੈਂਸ ਹੁੰਦੀ ਆ। ਦੇਖੋ ਜਦੋਂ ਆਪਾਂ ਰਜਿਸਟਰ A2 ਦਾ ਜਿਹੜਾ ਪੰਜਾਬ ਸਿਵਲ ਸਰਵਿਸਿਜ਼ ਦਾ ਕੀਤਾ ਸੀਗਾ, ਠੀਕ ਆ, ਇੰਟਰਨਲ ਐਗਜ਼ਾਮ ਜਿਹਨੂੰ ਆਪਾਂ ਕਹਿ ਦਿੰਦੇ ਆ ਸਿਵਲ ਸਰਵਿਸਿਜ਼ ਐਗਜ਼ੀਕਿਊਟਿਵ ਦਾ, ਤੇ ਉਹਦੇ ਵਿੱਚ ਇਹ ਜਿਹੜੇ ਕੁਐਸਚਨ ਐਨਾਲਿਸਟ ਦੇ ਪੇਪਰ 'ਚ ਆਏ ਨੇ 2019 ਦੇ ਵਿੱਚ, ਇਹ ਐਜ਼ ਇਟ ਇਜ਼ 3 ਤੋਂ 4 ਕੁਐਸਚਨ ਜਿਹੜੇ ਆ ਉਸ ਪੇਪਰ ਦੇ ਵਿੱਚ ਆ ਚੁੱਕੇ ਸੀ, ਜਿਹੜੇ ਇਹਨਾਂ ਨੇ ਮਤਲਬ ਈਵਨ ਆਰਡਰ ਵੀ ਸੀਕੁਐਂਸ ਵੀ ਚੇਂਜ ਨਹੀਂ ਕੀਤਾ ਕੁਐਸਚਨਸ ਦਾ। ਠੀਕ ਹੈ, ਸੋ ਇਹ ਜਦੋਂ ਤੁਸੀਂ ਸਾਰੀਆਂ ਵੀਡੀਓਜ਼ ਵੇਖੋਗੇ ਤੁਹਾਨੂੰ ਖੁਦ ਇਹ ਚੀਜ਼ ਜਿਹੜੀ ਹੈ ਤੁਸੀਂ ਐਨਾਲਾਈਜ਼ ਕਰ ਪਾਓਗੇ। ਤੇ ਅੱਜ ਦਾ ਜਿਹੜਾ ਫਸਟ ਕੁਐਸਚਨ ਐਨਾਲਿਸਟ ਪੇਪਰ ਦੇ ਵਿੱਚ ਆਇਆ 2019 ਦੇ ਵਿੱਚ, ਵਿਚ ਆਫ ਦ ਫੋਲੋਇੰਗ ਇਜ਼ ਔਰ ਆਰ ਇਨਕਲੂਡਿਡ ਇਨ DPSP। ਸੋ ਇਹ ਆਪਾਂ ਕੁਐਸਚਨ ਪਹਿਲਾਂ ਵੀ ਕਰ ਚੁੱਕੇ ਹਾਂ ਉਸ ਪੇਪਰ ਦੇ ਵਿੱਚ, ਠੀਕ ਹੈ। ਸੋ ਜਿਵੇਂ ਫਸਟ ਸਟੇਟਮੈਂਟ ਇਹਦੇ ਵਿੱਚ ਲਿਖੀ ਹੋਈ ਹੈ, ਪ੍ਰੋਹਿਬਿਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਇੰਗਸ ਐਂਡ ਫੋਰਸਡ ਲੇਬਰ। ਸੋ ਇਹ DPSP ਦਾ ਪਾਰਟ ਨਹੀਂ ਹੈ, ਠੀਕ ਹੈ। ਆਰਟੀਕਲ 42 ਜਿਹੜਾ DPSP ਦਾ, ਆਲਦੋ ਇਟ ਮੈਂਸ਼ਨਸ ਅਬਾਊਟ ਜਸਟ ਐਂਡ ਹਿਊਮੇਨ ਕੰਡੀਸ਼ਨਸ ਆਫ ਵਰਕ, ਠੀਕ ਹੈ, ਲੇਕਿਨ ਕਿਤੇ ਵੀ ਇਹ ਚੀਜ਼ ਮੈਂਸ਼ਨ ਨਹੀਂ ਹੈ, ਪ੍ਰੋਹਿਬਿਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਇੰਗਸ ਐਂਡ ਫੋਰਸਡ ਲੇਬਰ। Next है prohibition of consumption except for medicinal purposes of intoxicating drinks and other drugs which are injurious to health। So ये article 47 है DPSP ਦਾ, ਗਾਂਧੀਅਨ ਪ੍ਰਿੰਸੀਪਲ ਜਿਹਨੂੰ ਆਪਾਂ ਵੀ ਕਹਿ ਦਿੰਦੇ ਆ। ਸੋ ਇਹਦੇ ਵਿੱਚ ਰਾਈਟ ਆਨਸਰ ਇਜ਼ ਆਪਸ਼ਨ B। ਸੋ DPSP ਜਿਹੜੇ ਆ ਪਾਰਟ 4 ਆਫ ਦਾ ਕਨਸਟੀਟਿਊਸ਼ਨ ਦੇ ਵਿੱਚ ਨੇ, ਆਰਟੀਕਲ 36 ਤੋਂ ਲੈ ਕੇ 51 ਤੱਕ। ਇਹਨਾਂ ਨੂੰ ਆਪਾਂ ਇੰਸਟਰੂਮੈਂਟ ਆਫ ਇੰਸਟਰਕਸ਼ਨਸ ਦੇ ਨਾਮ ਨਾਲ ਵੀ ਜਾਣਦੇ ਨੇ, ਵਿਚ ਵਰ ਇਨਿਊਮਰੇਟਡ ਇਨ ਗਵਰਨਮੈਂਟ ਆਫ ਇੰਡੀਆ ਐਕਟ 1935, ਠੀਕ ਹੈ। ਸੋ ਮੋਰਲੀ ਇਹਨਾਂ ਨੂੰ ਆਪਾਂ ਜਿਹੜਾ 3 ਹਿੱਸਿਆਂ ਦੇ ਵਿੱਚ ਡਿਵਾਈਡ ਕਰ ਲੈਂਦੇ ਹਾਂ, ਸੋਸ਼ਲਿਸਟਿਕ, ਗਾਂਧੀਅਨ ਐਂਡ ਲਿਬਰਲ ਇੰਟੈਲੈਕਚੁਅਲ। ਸੋ ਸੋਸ਼ਲਿਸਟ ਦੇ ਵਿੱਚ ਅੱਗੋਂ ਫਰਦਰ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿਹੜੇ ਕਿਹੜੇ ਆਉਂਦੇ ਨੇ, ਪ੍ਰਮੋਟਿੰਗ ਵੈਲਫੇਅਰ ਆਫ ਦ ਸੁਸਾਇਟੀ ਬਾਈ ਸਿਕਿਉਰਿੰਗ ਅ ਸੋਸ਼ਲ ਆਰਡਰ ਪਰਮੀਏਟਿਡ ਬਾਈ ਜਸਟਿਸ। ਐਂਡ 39 ਦੇ ਵਿੱਚ ਅਗੇਨ ਸੋ ਔਨ, ਠੀਕ ਹੈ। ਸਾਰਿਆਂ ਨੇ ਤੁਸੀਂ ਪੜ੍ਹੇ ਹੀ ਹੈ, DPSP ਨਹੀਂ ਪੜ੍ਹੇ ਹੈ ਤੇ ਸਟੈਂਡਰਡ ਬੁੱਕ ਲਕਸ਼ਮੀਕਾਂਤ ਵਗੈਰਾ ਵਾਲੀ ਜਾਂ ਕੋਈ ਵੀ ਬੁੱਕ ਜਿਹੜੀ ਹੈ ਸਟੈਂਡਰਡ, ਉੱਥੋਂ ਤੁਸੀਂ ਪੜ੍ਹ ਸਕਦੇ ਹੋ। ਨੈਕਸਟ ਹੈ ਇਨ ਇੰਡੀਆ ਦਾ ਚੇਅਰਮੈਨ ਆਫ ਨੈਸ਼ਨਲ ਵਾਟਰ ਰਿਸੋਰਸਿਸ ਕਾਊਂਸਲ। ਅਗੇਨ ਦੇਖਿਆ ਸੀਰੀਜ਼ ਦੇ ਵਿੱਚ ਹੀ ਕੁਐਸਚਨ ਇਹ ਵੀ ਆਇਆ ਹੋਇਆ ਆ। ਸੋ ਇਹ ਪ੍ਰਾਈਮ ਮਿਨਿਸਟਰ ਚੇਅਰ ਕਰਦੇ ਆ। ਇਸ ਤੋਂ ਇਲਾਵਾ ਆਪਾਂ ਹੋਰ ਵੀ ਬੋਡੀਜ਼, ਇੰਸਟੀਟਿਊਸ਼ਨਸ ਪੜ੍ਹੇ ਸੀਗੇ ਜਿਹੜੇ ਪ੍ਰਾਈਮ ਮਿਨਿਸਟਰ ਦੁਆਰਾ ਚੇਅਰ ਕੀਤੇ ਜਾਂਦੇ ਆ, ਜਿਹਦੇ ਵਿੱਚ ਨੀਤੀ ਆਯੋਗ, ਇੰਟਰਸਟੇਟ ਕਾਊਂਸਲ, ਕੈਬਨਿਟ ਸੈਕਟਰੀਏਟ, ਨੈਸ਼ਨਲ ਬੋਰਡ ਆਫ ਵਾਈਲਡ ਲਾਈਫ, ਨੈਸ਼ਨਲ ਇੰਟੀਗ੍ਰੇਸ਼ਨ ਕਾਊਂਸਲ, ਡਿਪਾਰਟਮੈਂਟ ਆਫ ਐਟੋਮਿਕ ਐਨਰਜੀ, PM's ਕਾਊਂਸਲ ਔਨ ਕਲਾਈਮੇਟ ਚੇਂਜ, ਨੈਸ਼ਨਲ ਵਾਟਰ ਰਿਸੋਰਸਿਸ ਕਾਊਂਸਲ, NDMA, ਨੈਸ਼ਨਲ ਗੰਗਾ ਰਿਵਰ ਬੇਸਿਨ ਅਥਾਰਟੀ ਐਂਡ CSIR। ਨੈਕਸਟ ਹੈ, ਦ ਆਥੋਰਾਈਜੇਸ਼ਨ ਫॉर ਵਿਡਰੋਲ ਆਫ ਫੰਡਸ ਫਰੋਮ ਕੰਸੋਲੀਡੇਟਿਡ ਫੰਡ ਆਫ ਇੰਡੀਆ ਮਸਟ ਕਮ ਫਰੋਮ। ਸੋ ਇਹ ਵੀ ਉਸੇ ਤਰ੍ਹਾਂ ਸੀਕੁਐਂਸ ਦੇ ਵਿੱਚ ਹੀ ਕੁਐਸਚਨ ਆਇਆ ਹੈ। ਪਾਰਲੀਮੈਂਟ ਆਫ ਇੰਡੀਆ ਤੋਂ ਜਿਹੜਾ ਆ ਆਥੋਰਾਈਜ਼ ਕੀਤਾ ਜਾਂਦਾ ਆ ਕੰਸੋਲੀਡੇਟਿਡ ਫੰਡ ਆਫ ਇੰਡੀਆ ਤੋਂ ਜਦੋਂ ਪੈਸੇ ਜਿਹੜੇ ਵਿਡਰੋ ਕਰਾਉਣੇ ਹੁੰਦੇ ਨੇ। ਨੈਕਸਟ ਹੈ, ਅੰਡਰ ਦਾ ਕਨਸਟੀਟਿਊਸ਼ਨ ਆਫ ਇੰਡੀਆ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਅ ਫੰਡਾਮੈਂਟਲ ਡਿਊਟੀ। ਸੋ ਇਹ ਹੀ ਇਹਦੀ ਆਪਸ਼ਨ ਆਏਗੀ, ਟੂ ਵੋਟ ਇਨ ਪਬਲਿਕ ਇਲੈਕਸ਼ਨਸ, ਕੋਈ ਵੀ ਫੰਡਾਮੈਂਟਲ ਡਿਊਟੀ ਨਹੀਂ ਹੈ। ਨੈਕਸਟ ਹੈ, ਅੱਗੇ ਜਿਹੜੇ ਕੁਐਸਚਨ ਆਏ ਨੇ ਇਹ ਹੈਗੇ ਨੇ ਪੋਸਟ ਆਫ ਸੀਨੀਅਰ ਅਸਿਸਟੈਂਟਸ ਐਂਡ ਫਾਈਨੈਂਸ਼ੀਅਲ ਸੈਕਟਰੀਏਟ, ਡਿਪਾਰਟਮੈਂਟ ਆਫ ਰੈਵਨਿਊ 2019 ਦੇ ਵਿੱਚ। ਸੋ ਫਸਟ ਕੁਐਸਚਨ ਹੈਗਾ ਆ ਵਿਚ ਆਫ ਦਾ ਫੋਲੋਇੰਗ ਪੇਅਰ ਇਜ਼ ਕਰੈਕਟਲੀ ਮੈਚ। ਫਸਟ ਹੈ ਸਟਾਰਟ ਕੁਐਸਚਨ ਸਪਲੀਮੈਂਟਰੀ ਕੁਐਸਚਨਸ ਕੈਨੋਟ ਫੋਲੋ। ਦੇਖੋ ਸਟਾਰਟ ਕੁਐਸਚਨ ਜਿਹੜਾ ਹੁੰਦਾ ਆ ਉਹਦੇ ਵਿੱਚ ਆਨਸਰ ਜਿਹੜਾ ਦੇਣਾ ਹੁੰਦਾ ਹੈ ਉਹ ਔਰਲੀ ਦੇਣਾ ਹੁੰਦਾ, ਇਸ ਲਈ ਸਪਲੀਮੈਂਟਰੀ ਕੁਐਸਚਨਸ ਜਿਹੜੇ ਆ ਫੋਲੋ ਕਰਦੇ ਨੇ। ਸੋ ਇਹ ਸਟੇਟਮੈਂਟ ਗਲਤ ਹੈ। ਅਨਸਟਾਰਟ ਕੁਐਸਚਨ ਦੇ ਵਿੱਚ ਜਿਹੜਾ ਆਨਸਰ ਹੈ ਉਹ ਰਿਟਨ ਦੇਣਾ ਹੁੰਦਾ ਹੈ, ਇਸ ਲਈ ਸਪਲੀਮੈਂਟਰੀ ਕੁਐਸਚਨਸ ਜਿਹੜੇ ਆ ਫੋਲੋ ਨਹੀਂ ਕਰਦੇ। ਸੋ ਇਹ ਵੀ ਸਟੇਟਮੈਂਟ ਜਿਹੜੀ ਹੈ ਗਲਤ ਹੈ। ਸ਼ਾਰਟ ਨੋਟਿਸ ਕੁਐਸਚਨ ਜਿਹੜਾ ਹੁੰਦਾ ਆ ਉਹਦੇ ਵਿੱਚ ਔਰਲ ਆਨਸਰ ਹੀ ਚਾਹੀਦਾ ਹੁੰਦਾ ਹੈ, ਰਿਟਨ ਨਹੀਂ। ਸੋ ਇਹ ਵੀ ਸਟੇਟਮੈਂਟ ਗਲਤ ਹੈ। ਸੋ ਸਾਰੀਆਂ ਹੀ ਸਟੇਟਮੈਂਟਸ ਗਲਤ ਨੇ। ਸੋ ਇਹਨੇ ਪੁੱਛਿਆ ਕਿ ਕਰੈਕਟਲੀ ਮੈਚਡ ਕਿਹੜੀ ਹੈ, ਸੋ ਕੋਈ ਵੀ ਨਹੀਂ ਹੈ। ਸੋ ਦਾ ਆਨਸਰ ਇਜ਼ ਨਨ ਆਫ ਦੀ ਅਬਵ ਜਾਂ ਨਨ ਆਫ ਦੀਜ਼। ਸੋ ਫਸਟ ਆਰ ਜਿਹੜਾ ਪਾਰਲੀਮੈਂਟਰੀ ਸਿਟਿੰਗ ਦਾ ਹੁੰਦਾ ਆ ਉਹਨੂੰ ਆਪਾਂ ਕੁਐਸਚਨ ਆਰ ਕਹਿੰਦੇ ਆ। ਸੋ ਇਹ ਕਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਮੈਂਸ਼ਨ ਨਹੀਂ ਹੈ, ਬਟ ਇਟ ਇਜ਼ ਮੈਂਸ਼ਨਡ ਇਨ ਰੂਲਸ ਆਫ ਪ੍ਰੋਸੀਜਰ ਆਫ ਦਾ ਹਾਊਸ। ਸੋ ਡਿਊਰਿੰਗ ਦਿਸ ਮਿਨਿਸਟਰ ਮੈਂਬਰਸ ਜਿਹੜੇ ਨੇ ਕੁਐਸਚਨ ਪੁੱਛਦੇ ਨੇ ਤੇ ਮਿਨਿਸਟਰਸ ਜਿਹੜੇ ਨੇ ਯੂਜ਼ਲੀ ਆਨਸਰ ਦਿੰਦੇ ਨੇ। 3 ਤਰ੍ਹਾਂ ਦੇ ਕੁਐਸਚਨ ਹੁੰਦੇ ਨੇ, ਸਟਾਰਟ ਕੁਐਸਚਨ, ਅਨਸਟਾਰਟ ਤੇ ਸ਼ਾਰਟ ਨੋਟਿਸ ਕੁਐਸਚਨ। ਸਟਾਰਟ ਕੁਐਸਚਨ ਜਿਹੜੇ ਸਟਾਰਟ ਕੁਐਸਚਨਸ ਹੁੰਦੇ ਨੇ ਦੀਜ਼ ਆਰ ਡਿਸਟਿੰਗੁਇਸ਼ਡ ਬਾਈ ਐਨ ਐਸਟੈਰਿਕ ਮਾਰਕ, ਠੀਕ ਹੈ। ਸੋ ਇਹਦੇ ਵਿੱਚ ਔਰਲ ਆਨਸਰ ਰਿਕੁਆਇਰ ਹੁੰਦਾ ਆ, ਇਸ ਲਈ ਸਪਲੀਮੈਂਟਰੀ ਕੁਐਸਚਨ ਫੋਲੋ ਨਹੀਂ ਕਰਦੇ ਔਰ ਇਹ ਗ੍ਰੀਨ ਕਲਰ ਦੇ ਵਿੱਚ ਹੁੰਦੇ ਨੇ, ਠੀਕ ਹੈ, ਕੁਐਸਚਨਸ ਪ੍ਰਿੰਟਡ। ਅਨਸਟਾਰਟ ਕੁਐਸਚਨ ਜਿਹੜੇ ਇਹਦੇ ਵਿੱਚ ਰਿਟਨ ਆਨਸਰ ਚਾਹੀਦਾ ਹੁੰਦਾ, ਇਸ ਲਈ ਸਪਲੀਮੈਂਟਰੀ ਕੁਐਸਚਨਸ ਫੋਲੋ ਨਹੀਂ ਕਰ ਸਕਦੇ। ਸੋ ਇਹ ਜਿਹੜੇ ਹੁੰਦੇ ਨੇ ਵਾਈਟ ਕਲਰ ਦੇ ਵਿੱਚ ਪ੍ਰਿੰਟਡ ਹੁੰਦੇ ਨੇ। ਸ਼ਾਰਟ ਨੋਟਿਸ ਕੁਐਸਚਨ ਜਿਹੜੇ ਹੁੰਦੇ ਨੇ ਇਹ ਮੈਟਰ ਆਫ ਪਬਲਿਕ ਜਾਂ ਅਰਜੈਂਟ ਇੰਪੋਰਟੈਂਸ ਦਾ ਮੈਟਰ ਕੋਈ ਵੀ ਹੈ ਇਹਦੇ ਵਿੱਚ ਡਿਸਕਸ ਕਰਨਾ ਹੁੰਦਾ ਆ। ਸੋ ਇਹ 10 ਦਿਨ ਤੋਂ ਘੱਟ ਨੋਟਿਸ ਦੇ ਕੇ ਜਿਹੜਾ ਆ ਪੁੱਛਿਆ ਜਾਂਦਾ ਹੈ ਔਰ ਇਹਦਾ ਆਨਸਰ ਔਰਲੀ ਰਿਕੁਆਇਰਡ ਹੁੰਦਾ ਆ, ਠੀਕ ਹੈ। ਔਰ ਇਹ ਲਾਈਟ ਪਿੰਕ ਕਲਰ ਦੇ ਵਿੱਚ ਪ੍ਰਿੰਟਡ ਹੁੰਦੇ ਨੇ। ਇਸ ਤੋਂ ਇਲਾਵਾ ਜਿਹੜੇ ਹੈ ਕੁਐਸਚਨ ਪ੍ਰਾਈਵੇਟ ਮੈਂਬਰਸ ਨੂੰ ਵੀ ਪੁੱਛੇ ਜਾ ਸਕਦੇ ਨੇ,
ठीक है जी। सो क्वेश्चन टू प्राइवेट मैंबर्स जिहड़े ने दीज आर मैंशनड अंडर रूल 40 ऑफ रूल्स ऑफ प्रोसीजर एंड कंडक्ट ऑफ बिजनेस इन लोक सभा। अ क्वेश्चन मे बी एड्रैस टू अ प्राइवेट मैंबर इफ द सब्जेक्ट मैटर ऑफ क्वेश्चन रिलेट्स टू सम बिल रेजोल्यूशन, जिदा प्राइवेट मैंबर मान लो कोई बिल इंट्रोड्यूस करता है, ठीक है, वो रिलेटिड उन्होंने क्वेश्चन जिहड़ा है कोई भी मैंबर पूछ सकता है तो वो अकाउंटेबल होएगा आंसर देने लई। ये जिहड़े क्वेश्चनस प्राइवेट मैंबर्स नूं पुछे जाते हैं येलो कलर दे विच ਹੁੰਦੇ ਨੇ ਪ੍ਰਿੰਟਡ, ਠੀਕ ਹੈ ਜੀ। ਨੈਕਸਟ ਹੈ which or who among the following can abolish a state legislative council। सो स्टेट legislative council ਨੂੰ abolish ਕਰਨਾ ਜਾਂ ਕ੍ਰੀਏਟ ਕਰਨਾ, ਜਿਸ ਤਰ੍ਹਾਂ ਲੇਟੈਸਟਲੀ ਜੇਕਰ ਆਪਾਂ ਕਰੀਏ ਤੇ ਵੈਸਟ ਬੰਗਾਲ ਨੇ ਇਹ ਰੈਜ਼ੋਲੂਸ਼ਨ ਪਾਸ ਕੀਤਾ ਸੀਗਾ, ਮਤਲਬ ਪਾਰਲੀਮੈਂਟ ਨੂੰ ਰਿਕੁਐਸਟ ਕੀਤੀ ਸੀਗੀ ਕਿ ਇਹ ਜਿਹੜੀ ਹੈ ਕਾਉਂਸਲ ਬਣਾਉਣਾ ਚਾਹੁੰਦੀ ਹੈ, ਠੀਕ ਹੈ। ਮਤਲਬ ਤੁਹਾਨੂੰ ਪਤਾ ਹੈ ਜਿਹੜੀਆਂ ਜ਼ਿਆਦਾਤਰ ਸਟੇਟਸ ਨੇ ਉਹਨਾਂ ਦੇ ਵਿੱਚ ਅੱਪਰ ਹਾਊਸ ਨਹੀਂ ਹੈਗਾ, ਜਿਹੜਾ ਅਸੈਂਬਲੀ ਹੈ ਲੋਅਰ ਹਾਊਸ ਹੈ ਉਹੀ ਹੈ। ਸੋ ਜਿੱਥੇ ਸਟੇਟ ਜਿਹੜੀ ਹੈ ਵੱਡੀ ਹੁੰਦੀ ਹੈ ਮੈਨੇਜ ਕਰਨਾ ਥੋੜ੍ਹਾ ਟਫ ਹੁੰਦਾ ਆ ਉਸ ਐਡਮਿਨਿਸਟ੍ਰੇਟਿਵਲੀ, ਉੱਥੇ ਕੌਂਸਲ ਦੀ ਜਿਹੜੀ ਹੈ ਡਿਮਾਂਡ ਕਈ ਵਾਰੀ ਜਿਹੜੀ ਹੈ ਰੇਜ਼ ਕੀਤੀ ਜਾਂਦੀ ਹੈ, ਠੀਕ ਹੈ। ਸੋ ਇਸ ਕੇਸ ਦੇ ਵਿੱਚ ਪਾਰਲੀਮੈਂਟ ਜਿਹੜੀ ਹੈ ਉਹਦੇ ਕੋਲ ਹੁੰਦਾ ਹੈ ਕਿ ਉਹ ਮੀਨਸ ਇਹਨੂੰ ਅਬੋਲਿਸ਼ ਵੀ ਕਰ ਸਕਦੀ ਹੈ, ਕ੍ਰੀਏਟ ਵੀ ਕਰ ਸਕਦੀ ਹੈ, ਅਤੇ ਪਾਰਲੀਮੈਂਟ ਨੂੰ ਇਹ ਪਾਵਰ ਜਿਹੜੀ ਹੈ ਆਰਟੀਕਲ 368 ਦੇ ਅੰਡਰ ਮਿਲਦੀ ਹੈ, ਯਾਨੀ ਕਿ ਅਮੈਂਡਮੈਂਟ ਟੂ ਦਾ ਕੌਨਸਟੀਟਿਊਸ਼ਨ ਦੇ ਅੰਡਰ, ਠੀਕ ਹੈ ਜੀ। ਸੋ ਇਹਦੇ ਵਿੱਚ ਸਟੇਟ ਜਿਹੜੀ ਆ ਉਹ ਮਤਲਬ ਰਿਕੁਐਸਟ ਕਰ ਸਕਦੀ ਹੈ ਪਾਰਲੀਮੈਂਟ ਨੂੰ। ਨੈਕਸਟ ਹੈ ਮਨੀ ਬਿਲਸ ਕੈਨ ਬੀ ਇੰਟਰੋਡਿਊਸਡ ਇਨ ਦਾ ਸਟੇਟ ਲੈਜਿਸਲੇਚਰ ਵਿਦ ਦਾ ਪ੍ਰਾਇਰ ਕੰਸੈਂਟ ਆਫ। ਸੋ ਇੱਥੇ ਸਟੇਟ ਲੈਜਿਸਲੇਚਰ ਦੀ ਗੱਲ ਹੋਈ ਹੈ, ਜੇਕਰ ਯੂਨੀਅਨ ਦੀ ਗੱਲ ਹੁੰਦੀ ਤਾਂ ਫਿਰ ਉੱਥੇ ਆਂਸਰ ਸਾਡਾ ਕੀ ਆਉਣਾ ਸੀ ਪ੍ਰੈਜ਼ੀਡੈਂਟ, ਬਟ ਕਿਉਂਕਿ ਇੱਥੇ ਸਟੇਟ ਲੈਜਿਸਲੇਚਰ ਦੀ ਗੱਲ ਹੋਈ ਹੈ ਸੋ ਇੱਥੇ ਆਂਸਰ ਆਏਗਾ ਗਵਰਨਰ, ਰਾਈਟ। ਨੈਕਸਟ ਹੈ ਜਜਿਸ ਆਫ ਦ ਹਾਈ ਕੋਰਟ ਕੈਨ ਬੀ ਰਿਮੂਵਡ ਫਰੋਮ ਦੇਅਰ ਆਫਿਸ ਡਿਊਰਿੰਗ ਦਾ ਟੈਨੋਰ ਬਾਏ। ਸੋ ਜਜਿਸ ਹੋ ਗਏ ਹਾਈ ਕੋਰਟ ਦੇ ਜਾਂ ਜਿਹੜੇ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਵਗੈਰਾ ਆ, ਇਹਨਾਂ ਦਾ ਰਿਮੂਵਲ ਜਿਹੜੀ ਹੁੰਦੀ ਆ ਉਹ ਪ੍ਰੈਜ਼ੀਡੈਂਟ ਹੀ ਕਰਦਾ, ਆਲਦੋ ਦੇ ਆਰ ਅਪੁਆਇੰਟਡ ਬਾਈ ਦੀ ਗਵਰਨਰ ਆਫ ਦ ਕੰਸਰਨਡ ਸਟੇਟ, ਠੀਕ ਹੈ, ਬਟ ਇਹਦੀ ਰਿਮੂਵਲ ਜਿਹੜੀ ਹੁੰਦੀ ਆ ਉਹ ਪ੍ਰੈਜ਼ੀਡੈਂਟ ਦੇ ਥਰੂ ਹੀ ਹੁੰਦੀ ਹੈ। ਐਂਡ ਜਜਿਸ ਜਿਹੜੇ ਆ ਉਹ ਦੇ ਆਰ ਰਿਮੂਵਡ ਫਰੋਮ ਦ ਆਫਿਸ ਬਾਈ ਪ੍ਰੈਜ਼ੀਡੈਂਟ ਔਨ ਦ ਬੇਸਿਸ ਆਫ ਰੈਜ਼ੋਲੂਸ਼ਨ ਪਾਸਡ ਬਾਈ ਪਾਰਲੀਮੈਂਟ ਬਾਈ ਅ 2/3 ਮੈਜੋਰਿਟੀ। ਨੈਕਸਟ ਹੈ ਵਿਚ ਵਨ ਆਫ ਦ ਫੋਲੋਇੰਗ ਇਜ਼ ਨਾਟ ਅ ਫੰਡਾਮੈਂਟਲ ਡਿਊਟੀ। ਸੋ ਸਿੱਧਾ ਆਂਸਰ ਆਪਾਂ ਦੇਖਦੇ ਹਾਂ। ਸੋ ਟੂ ਪ੍ਰੋਟੈਕਟ ਮੋਨੂਮੈਂਟਸ ਐਂਡ ਪਲੇਸਿਸ ਆਫ ਪਬਲਿਕ ਇੰਪੋਰਟੈਂਸ। ਸੋ ਫੰਡਾਮੈਂਟਲ ਡਿਊਟੀਜ਼ ਹੋ ਗਈਆਂ, DPSP ਹੋ ਗਏ, ਫੰਡਾਮੈਂਟਲ ਰਾਈਟਸ ਹੋ ਗਈਆਂ। ਫੰਡਾਮੈਂਟਲ ਰਾਈਟਸ ਦੇ ਸਪੈਸ਼ਲੀ ਆਰਟੀਕਲਸ ਜਦੋਂ ਵੀ ਤੁਸੀਂ ਕੋਈ ਐਗਜ਼ਾਮ ਦੇਣ ਜਾਂਦੇ ਹੋ ਸੋ ਇਹ ਉਹ ਚੀਜ਼ਾਂ ਨੇ ਫੈਕਚੁਅਲ ਪੋਲਿਟੀ ਦੇ ਵਿੱਚ ਜਿਹੜੀਆਂ ਤੁਹਾਨੂੰ ਮਤਲਬ ਘੱਟੋ ਘੱਟ 4 ਤੋਂ 5 ਵਾਰੀ ਪੜ੍ਹ ਕੇ ਜਾਣੀਆਂ ਹੀ ਚਾਹੀਦੀਆਂ ਨੇ। ਨੈਕਸਟ ਹੈ ਕੈਗ ਆਫ ਇੰਡੀਆ ਇਜ਼ ਰਿਸਪੋਂਸੀਬਲ ਟੂ ਵਿਚ ਆਫ ਦ ਫੋਲੋਇੰਗ। ਸੋ ਕੈਗ ਜਿਹੜਾ ਹੈ ਉਹ ਆਪਣੀ ਰਿਪੋਰਟ ਜਿਹੜੀ ਆ ਪ੍ਰੈਜ਼ੀਡੈਂਟ ਦੇ ਅੱਗੇ ਰੱਖਦਾ, ਲੇਕਿਨ ਹੀ ਇਜ਼ ਰਿਸਪੋਂਸੀਬਲ ਟੂ ਪਾਰਲੀਮੈਂਟ ਓਨਲੀ, ਠੀਕ ਹੈ। ਸੋ ਦਾ ਆਂਸਰ ਇਜ਼ ਓਨਲੀ 3। So the primary role of or the duty of CAG of India is to work as an agent and manage the audits of expenditure as a representative of Parliament. Next है what is not true regarding the procedure for amendment in the constitution। So constitution ਦੇ ਵਿੱਚ ਜੇਕਰ ਕੋਈ amendment ਕਰਨੀ ਹੈ, constitutional amendment ਕਰਨੀ ਹੈ, ਸੋ ਉਹਦੇ ਰਿਗਾਰਡਿੰਗ ਇਹਨਾਂ ਨੇ ਪੁੱਛਿਆ ਕਿ which is not true। ਸੋ ਇਹ ਆਪਸ਼ਨ ਹੈਗਾ ਹੈ ਔਰ ਇਹੀ ਆਂਸਰ ਹੈ constitution amendment bill can be introduced only by a minister, ਠੀਕ ਹੈ। ਸੋ ਇਹ ਗਲਤ ਹੈ ਕਿਉਂਕਿ ਜਿਹੜਾ ਕੌਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਹੈ ਉਹਨੂੰ ਕੋਈ ਮਿਨਿਸਟਰ ਵੀ ਇੰਟਰੋਡਿਊਸ ਕਰ ਸਕਦਾ ਹੈ ਔਰ ਕੋਈ ਪ੍ਰਾਈਵੇਟ ਮੈਂਬਰ ਵੀ ਉਹਨੂੰ ਜਿਹੜਾ ਆ, ਪ੍ਰਾਈਵੇਟ ਮੈਂਬਰ ਕੌਣ ਹੁੰਦਾ ਅਦਰ ਦੈਨ ਅ ਮਿਨਿਸਟਰ ਜਿਹੜਾ ਮੈਂਬਰ ਹੁੰਦਾ ਹੈ, ਠੀਕ ਹੈ, ਉਹਨੂੰ ਅਸੀਂ ਪ੍ਰਾਈਵੇਟ ਮੈਂਬਰ ਬੋਲਦੇ ਹਾਂ। ਸੋ ਪ੍ਰਾਈਵੇਟ ਮੈਂਬਰ ਵੀ ਉਹਨੂੰ ਇੰਟਰੋਡਿਊਸ ਕਰ ਸਕਦਾ ਆ। ਦੂਸਰੀ ਗੱਲ ਕੌਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਦੇ ਵਿੱਚ ਪ੍ਰੈਜ਼ੀਡੈਂਟ ਦੀ ਜਿਹੜੀ ਅਸੈਂਟ ਹੈ ਪ੍ਰਾਇਰ ਪਰਮਿਸ਼ਨ ਹੈ ਉਹ ਨਹੀਂ ਚਾਹੀਦੀ ਹੁੰਦੀ, ਠੀਕ ਹੈ। ਸੋ ਇਹ ਵੀ ਠੀਕ ਹੈ। ਥਰਡ ਹੈ ਕਿ ਇਹ ਜਿਹੜਾ ਬਿੱਲ ਹੈ ਈਚ ਹਾਊਸ ਸਪੈਸ਼ਲ ਮੈਜੋਰਿਟੀ ਦੇ ਨਾਲ ਪਾਸ ਕਰਦਾ ਆ, ਇਹ ਵੀ ਠੀਕ ਹੈ, ਠੀਕ ਹੈ। ਆਪਾਂ 3 ਚੀਜ਼ਾਂ ਪੜ੍ਹੀਆਂ ਸੀਗੀਆਂ ਲਾਸਟ ਲੈਕਚਰਸ ਦੇ ਵਿੱਚ ਕਿ ਕੁਛ ਚੀਜ਼ਾਂ ਜਿਹੜੀਆਂ ਸਪੈਸ਼ਲ ਮੈਜੋਰਿਟੀ ਨਾਲ ਹੁੰਦੀਆਂ ਨੇ ਪਾਸ, ਕੁਛ ਜਿਹੜੀਆਂ ਸਿੰਪਲ ਮੈਜੋਰਿਟੀ ਨਾਲ ਔਰ ਕੁਛ ਜਿਹੜੀਆਂ ਸਿੰਪਲ ਮੈਜੋਰਿਟੀ ਐਂਡ ਵਿਦ ਕੰਸੈਂਟ ਆਫ ਹਾਫ ਦੀ ਸਟੇਟਸ, ਠੀਕ ਹੈ। ਸੋ ਇਸੇ ਤਰ੍ਹਾਂ ਕੌਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਨੂੰ ਪਾਸ ਕਰਨ ਵਾਸਤੇ ਜਿਹੜਾ ਸਪੈਸ਼ਲ ਮੈਜੋਰਿਟੀ ਚਾਹੀਦੀ ਆ। ਅਤੇ ਚੌਥਾ ਹੈਗਾ ਕਿ ਜਦੋਂ ਇਹਦਾ ਕੌਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਦੇ ਵਿੱਚ ਡੈਡਲੌਕ ਦੀ ਕੋਈ ਪ੍ਰੋਵੀਜ਼ਨ ਨਹੀਂ ਹੁੰਦੀ, ਯਾਨੀ ਕਿ ਜੁਆਇੰਟ ਸਿਟਿੰਗ ਅੰਡਰ ਆਰਟੀਕਲ 108 ਦੇ ਅੰਡਰ ਇਹਦੀ ਕੋਈ ਪ੍ਰੋਵੀਜ਼ਨ ਨਹੀਂ ਹੁੰਦੀ। ਸੋ ਇਹ ਵੀ ਠੀਕ ਹੈ। ਸੋ ਆਂਸਰ ਆਏਗਾ ਆਪਸ਼ਨ ਏ, ਠੀਕ ਹੈ। ਸੋ ਅਮੈਂਡਮੈਂਟ ਜਿਹੜੀ ਇੱਕ ਹੋਰ ਚੀਜ਼ ਇਹਦੇ ਵਿੱਚ ਯਾਦ ਰੱਖਿਓ ਕਿ ਜਿਹੜਾ ਕੌਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਹੈ ਨਾ ਉਹ ਪਾਰਲੀਮੈਂਟ ਦੇ ਕਿਸੇ ਵੀ ਹਾਊਸ ਦੇ ਵਿੱਚ ਇੰਟਰੋਡਿਊਸ ਕੀਤਾ ਜਾ ਸਕਦਾ, ਯਾਨੀ ਕਿ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ, ਲੇਕਿਨ ਕੌਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਨੂੰ ਕਦੇ ਵੀ ਕਿਸੇ ਸਟੇਟ ਲੈਜਿਸਲੇਚਰ ਦੇ ਵਿੱਚ ਇੰਟਰੋਡਿਊਸ ਨਹੀਂ ਕੀਤਾ ਜਾ ਸਕਦਾ, ਠੀਕ ਹੈ ਜੀ। ਐਂਡ ਦੂਸਰੀ ਗੱਲ ਕਿ ਬਿੱਲ ਜਿਹੜਾ ਹੈ ਕੌਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਇਹ ਕੋਈ ਮਿਨਿਸਟਰ ਵੀ ਇਹਨੂੰ ਇੰਟਰੋਡਿਊਸ ਕਰ ਸਕਦਾ ਹੈ ਅਤੇ ਕੋਈ ਪ੍ਰਾਈਵੇਟ ਮੈਂਬਰ ਵੀ, ਔਰ ਇਹਦੇ ਵਿੱਚ ਪ੍ਰੈਜ਼ੀਡੈਂਟ ਦੀ ਪ੍ਰਾਇਰ ਪਰਮਿਸ਼ਨ ਨਹੀਂ ਚਾਹੀਦੀ ਹੁੰਦੀ।
ਨੈਕਸਟ ਹੈ ਕੁਛ ਪੋਸਟਾਂ ਸੀਗੀਆਂ ਜਿਹਦੇ ਵਿੱਚ ਮਤਲਬ ਜੋ GS ਦਾ ਪਾਰਟ ਆਇਆ ਸੀਗਾ ਉਹ ਇਹ ਸਾਰਾ ਸੇਮ ਸੀਗਾ ਇਹਨਾਂ ਪੋਸਟਾਂ ਦੇ ਵਿੱਚ। 2019 ਦੇ ਵਿੱਚ ਐਗਜ਼ਾਮ ਹੋਇਆ ਸੀ ਪ੍ਰਿੰਸੀਪਲ ਦਾ, ਹੈਡਮਾਸਟਰ, ਮਿਸਟਰੈਸ, ਬਲਾਕ ਪ੍ਰਾਇਮਰੀ ਐਜੂਕੇਸ਼ਨ ਆਫਿਸਰ, ਸੁਪਰੀਡੈਂਟੈਂਟ ਹੋਮ, ਟੈਕਨੀਕਲ ਅਸਿਸਟੈਂਟ ਐਂਡ ਸੋ ਔਨ। ਸੋ ਫਸਟ ਕੁਐਸਚਨ ਹੈਗਾ ਕਿ ਵਾਈਸ ਪ੍ਰੈਜ਼ੀਡੈਂਟ ਇਜ਼ ਦ ਐਕਸ ऑफिशियो ਚੇਅਰਮੈਨ ਆਫ, ਸੋ ਵਾਈਸ ਪ੍ਰੈਜ਼ੀਡੈਂਟ ਇਜ਼ ਦ ਐਕਸ ऑफिशियो ਚੇਅਰਮੈਨ ਆਫ ਰਾਜ ਸਭਾ। ਨੈਕਸਟ ਹੈ ਵਿਚ ਵਨ ਆਫ ਦ ਫੋਲੋਇੰਗ ਸਟੇਟ ਸੈਂਡ ਮੈਕਸਿਮਮ ਰਿਪਰੈਜ਼ੈਂਟੇਟਿਵਸ ਟੂ ਲੋਕ ਸਭਾ, ਸੋ ਦਾ ਆਂਸਰ ਇਜ਼ UP। नेक्स्ट है गवर्नर ऑफ स्टेट होल्ड्स ऑफिस ड्यूरिंग द प्लेजर ऑफ द प्रेजिडेंट अंडर आर्टिकल 156, ठीक है आप पढ़ते हैं। नैक्सट है द कॉन्स्टिट्यूशन हैज़ वेस्टेड द रेजिडरी पावर्स, अगेन ये क्वेश्चन रिपीटेड आप पहला भी इनू कर चुके हैं, ठीक है। सो आर्टिकल 248 ਦੇ ਵਿੱਚ ਜਿਹੜੀਆਂ रेजिडरी पावर्स ਹੁੰਦੀਆਂ ਨੇ ਉਹ ਤੁਹਾਨੂੰ ਪਤਾ ਉਹਦੇ ਤੇ ਜਿਹੜਾ ਹੈ ਪਾਰਲੀਮੈਂਟ ਲਾਅ ਬਣਾ ਸਕਦਾ ਹੈ, ਲੇਕਿਨ ਜਿਹੜੀ ਫਾਈਨਲ ਅਥਾਰਟੀ ਹੈ ਨਾ ਡਿਸਾਈਡ ਕਰਨ ਦੀ ਕਿ ਵੈਦਰ ਇਹ रेजिडरी ਪਾਵਰ ਜਿਹੜੀ ਹੈ ਉਹ ਪਾਰਲੀਮੈਂਟ ਦੇ ਅੰਡਰ ਹੀ ਜਾਏਗੀ ਜਾਂ ਫਿਰ ਸਟੇਟ ਲੈਜਿਸਲੇਚਰ ਦੇ ਅੰਡਰ ਜਾਏਗੀ, ਸੋ ਇਟ ਵੁੱਡ ਰੈਸਟ ਵਿਦ ਸੁਪਰੀਮ ਕੋਰਟ ਆਫ ਇੰਡੀਆ, ਠੀਕ ਹੈ ਜੀ। ਸੋ ਦਾ ਆਂਸਰ ਇਜ਼ D। ਨੈਕਸਟ ਹੈ ਸੋ ਲਾਸਟ ਲਾਈਨ ਤੁਸੀਂ ਪੜ੍ਹ ਸਕਦੇ ਹੋ, ਬਟ ਦ ਫਾਈਨਲ ਅਥਾਰਟੀ ਟੂ ਡਿਸਾਈਡ ਵੈਦਰ ਮੈਟਰ ਫॉल्स ਅੰਡਰ ਦ ਲਿਸਟ ਆਫ ਰੈਜ਼ੀਡਰੀ ਪਾਵਰ ਔਰ ਨੋਟ ਰੈਸਟ ਵਿਦ ਸੁਪਰੀਮ ਕੋਰਟ, ਮਤਲਬ ਕਿ ਕੋਈ ਮੈਟਰ ਔਰ ਰੈਜ਼ੀਡਰੀ ਪਾਵਰ ਦੇ ਅੰਡਰ ਆਉਂਦਾ ਹੈ ਕਿ ਨਹੀਂ, ਸੋ ਉਹ ਸੁਪਰੀਮ ਕੋਰਟ ਡਿਸਾਈਡ ਕਰੂਗਾ, ਰਾਈਟ। ਨੈਕਸਟ ਹੈ ਕੈਗ ਸਬਮਿਟ ਹਿਜ਼ ਐਨੂਅਲ ਰਿਪੋਰਟ ਰਿਗਾਰਡਿੰਗ ਸੈਂਟਰ, ਸੋ ਕੈਗ ਜਿਹੜਾ ਪ੍ਰੈਜ਼ੀਡੈਂਟ ਨੂੰ ਕਰਦਾ ਹੈ ਔਰ ਪ੍ਰੈਜ਼ੀਡੈਂਟ ਫਿਰ ਅੱਗੋਂ ਜਿਹੜਾ ਫਰਦਰ ਹੈ ਉਹਨੂੰ ਪਾਰਲੀਮੈਂਟ ਦੇ ਅੱਗੇ ਰੱਖਦਾ ਆ, ਠੀਕ ਹੈ ਜੀ। ਨੈਕਸਟ ਹੈ ਵਿਚ ਅਮੰਗ ਦ ਫੋਲੋਇੰਗ statement is false about electoral bond scheme, so it aims to cleanse the system of political funding in India, so बिल्कुल ठीक है, right। so ये false नहीं है, पर उन्हें सानू की पूछा false। सेकंड है electoral bonds can be purchased by only high net worth individuals, so ये गलत है, इनू कोई भी परचेज कर सकता है। नैक्सट है इलैक्टोरल बॉन्ड इज़ फॉर फंडिंग ऑफ ऑल दी पोलिटिकल पार्टीज़ इन इंडिया, सो ये भी गलत है। देखो इतने मतलब एम्बीगुअस वर्ड्स ओनली ते ऑल आ, जनरली इदां दियां स्टेटमेंट्स जिहड़ियां हुंदियां ने ना स्टेटमेंट वाइज क्वेश्चन दे विच जनरली मैं कह रही हाँ 95% तुसीं ला सकदे हो भी गलत हुंदियां ने, लेकिन ये नहीं कि हमेशा ही तुसीं ओनली या ऑल वेख के उहनूं जिहड़ा आ ਉਹ ਮਾਰਕ ਕਰ ਦਿਓ ਕਿ ਇਹ ਗਲਤ ਹੀ ਹੋਣਗੀਆਂ, ਮੋਸਟ ਆਫ ਦ ਟਾਈਮਸ ਕਿਆ ਆ, ਠੀਕ ਹੈ। ਲੇਕਿਨ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਤੁਹਾਡੀ ਸਟੱਡੀ ਕੰਮ ਆਏਗੀ ਕਿਤੇ ਨਾ ਕਿਤੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ, ਜਦੋਂ ਆਪਾਂ ਕੁਛ ਭਾਵੇਂ ਇੱਕ ਹੀ ਰੀਡਿੰਗ ਕਿਤੋਂ ਮਾਰੀ ਹੋਵੇ ਬਟ ਸਬਕੌਂਸ਼ੀਅਸ ਮਾਈਂਡ 'ਚ ਚੀਜ਼ਾਂ ਰਹਿੰਦੀਆਂ ਨੇ, ਫਿਰ ਉੱਥੋਂ ਅਸੀਂ ਆਪਣਾ ਦਿਮਾਗ ਲਗਾ ਕੇ ਉਹਨੂੰ ਸਟੇਟਮੈਂਟ ਨੂੰ ਜਿਹੜਾ ਆ ਸੋਲਵ ਕਰ ਸਕਦੇ ਹਾਂ, ਐਲੀਮੀਨੇਟ ਕਰ ਸਕਦੇ ਹਾਂ, ਠੀਕ ਹੈ। ਸੋ ਇਹਦੇ ਵਿੱਚ ਜਿਹੜੇ ਇਲੈਕਟੋਰਲ ਬੌਂਡ ਦੀ ਫੰਡਿੰਗ ਜਿਹੜੀ ਹੈ ਇਜ਼ ਫॉर ਫੰਡਿੰਗ ਆਲ ਨਹੀਂ, ਬਟ ਜਿਹੜੀਆਂ ਰਜਿਸਟਰਡ ਪੋਲੀਟੀਕਲ ਪਾਰਟੀਜ਼ ਹੁੰਦੀਆਂ ਨੇ ਉਹਨਾਂ ਨੂੰ ਜਿਹੜਾ ਆ ਇਹਦੇ ਥਰੂ ਫੰਡਿੰਗ ਕੀਤੀ ਜਾ ਸਕਦੀ है, सो ये भी स्टेटमेंट गलत है। उन्होंने फॉल्स किया सी, इत्थे आएगी ऑप्शन 2 एंड 3, सो द आंसर इज C, ठीक है जी। सो इलैक्टोरल बॉन्ड्स सिस्टम जिहड़ा सीगा 2017 ਦੇ ਵਿੱਚ इंट्रोड्यूस किया गया सी बाय अ 2018 फाइनेंस बिल, सो दिस सर्व एज अ मीनस ऑफ इंडिविजुअल्स एंड एंटिटीज़ टू मेक डोनेशंस टू रजिस्टर्ड पोलिटिकल पार्टीज़ वाइल मेनटेनिंग डोनर अनोनिमिटी, ठीक है। इंडिविजुअल्स भी कर सकते हैं, एंटिटीज़ भी कर सकदियां ने, ये नहीं कि सिर्फ हाई नैट वर्थ इंडिविजुअल्स ही कर सकते हैं। सो ये फीचर्स भी पढ़ लेने भी आ सकते पेपर के विच कि SBI, दूसरी गल SBI ही इशू करता है इलैक्टोरल बॉन्ड्स, होर कोई बैंक नहीं, ठीक है। इन डिनोमीनेशनस ऑफ 1000, 10,000, 1 लाख, 10 लाख ते 1 करोड़ दे विच, पेएबल टू बेयरर ऑन डिमांड एंड इंटरस्ट फ्री, परचेज्ड बाय इंडियन सिटीजनस एंड एंटिटीज़ एस्टैब्लिश्ड इन इंडिया, ठीक है, फॉरन नहीं, कैन बी बॉट इंडिविजुअली और जॉइंटली विद अदर इंडिविजुअल्स, और ये 15 कैलेंडर डेज तक रहिंदा है फ्रॉम द डेट ऑफ इशू, अदरवाइज जिहड़ा पैसा हुंदा है वो SBI नूं लैप्स कर जाता है, ठीक है जी। ऑथराइज्ड बैंकर इहदे विच इशूअर जिहड़ा है SBI ही है, ठीक है। एलिजिबिलिटी की है ये वास्ते ओनली द पोलिटिकल पार्टीज रजिस्टर्ड अंडर सैक्शन 29A ऑफ द RPA एक्ट 1951 ही ये जिहड़ियां एलिजिबल ने, एंड वो वालियां हु हैव सिक्योर्ड नॉट लैस दैन 1% ऑफ द वोट्स पोल्ड इन लास्ट जनरल इलैक्शन और द हाउस ऑफ पीपल और लेजिस्लेटिव असेंबली। Purchase and encashment, electoral bonds can be purchased digitally or through checks, and encashment only through authorized bank account of political party. सो बाकी ये ट्रांसपेरेंसी एंड अकाउंटेबिलिटी की गल की गई है। सो नैक्सट क्वेश्चन जोड़े है हॉर्टिकल्चर डिवेलपमेंट ऑफिसर 2019 के पूछे गए थे। सो ये जोड़े स्कैड्यूल्स के बारे पूछा गया, 5th ते 6th स्कैड्यूल्स। 5th स्कैड्यूल्स भी ट्राइब्स नाल रिलेटेड है, 6th जोड़ा आ असम, मेघालय, त्रिपुरा ते मिजोरम के जोड़े ट्राइब्स ने उन्होंने रिलेटेड है। सो दोवें ही स्कैड्यूल्ड ट्राइब्स नाल रिलेटेड है। सो द आंसर इज ऑप्शन
ए, ठीक है। जिवें मैं तुहानूं फंडामेंटल राइट्स के आर्टिकल्स, DPSP, दूसरा फंडामेंटल ड्यूटीज़ के बारे क्या है ना, और DPSP अगों सोशलिस्ट किहड़े है, गांधीयन इंटलैक्चुअल लिबरल इंटलैक्चुअल किहड़े है। इस तरह स्कैड्यूल्स भी जिहड़े है तुहानूं याद रखने ने, 12 ही तो हैगे ने, ठीक है। सो सारे दे सारे तुसीं जिहड़े है इन्हां नूं याद रखना है। नैक्सट है who or which of the following is the custodian of Constitution of India। अगर अगेन रिपीट है क्वेश्चन, सुप्रीम कोर्ट ऑफ इंडिया इज द कस्टोडियन ऑफ Constitution of India। Next है CAG of India can be removed from the office only in like and manners on ground as सुप्रीम कोर्ट जज, जिस तरह सुप्रीम कोर्ट जज नूं रिमूव करदे सेम वे CAG नूं रिमूव किया जा सकता है। न्यू ऑल इंडिया सर्विसिज जिहड़ा आ ये बाय एन एक्ट ऑफ पार्लीमेंट क्रिएट कीतियां जा सकदियां ने, जिद्दां मान लो ऑल इंडिया जुडिशियल सर्विसिज क्रिएट करनियां होण। नैक्सट है सेंट्रल एडमिनिस्ट्रेटिव ट्रिब्यूनल डील्स विद, सो ये जिहड़ियां एडमिनिस्ट्रेटिव ट्रिब्यूनल है ये आर्टिकल 323A दे अंडर जिहड़ा आ सैटअप कीतियां गईयां सीगियां टू डील विद रिक्रूटमेंट एंड ऑल सर्विस रिलेटिड मैटर्स। सो बस इन्ना ही है अज के लैक्चर्स विच। हुण इस तो बाद तुहाडे सिर्फ 2 लैक्चर्स रह गए ने, और एक होर चीज़ है कि एक्सपैक्टिड है कि 105+ मतलब स्टूडेंट्स ते 180 वैकेंसीज आ रही हैं, बट यकीन नहीं हो रहा कि 180 वैकेंसीज आ सकती हैं, बट आप सरकार तो मैनूं लगदा कि हो भी सकदा है, ठीक है। सो अपने नंबर बनाउण दे चक्कर दे विच। सो इन्ना ही मैं तुहानूं कहना सीगा। सो ऑल दी बेस्ट, थैंक यू वेरी मच।